ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉਲਟੀ ਗੰਗ ਵਹਾਈ ਓਨ, ਗੁਰ ਅੰਗਦ ਸਿਰ ਉੱਪਰ ਧਾਰਾ। ਪੁੱਤਰੀ ਕੌਲ ਨ ਪਾਲਿਆ, ਮਨ ਖੋਟੇ ਆਕੀ ਨਸਿਆਰਾ। ਬਾਣੀ ਮੁਖਹੁ ਉਚਾਰੀਐ, ਹੋਏ ਰੁਸਨਾਈ ਮਿਟੈ ਅੰਧਾਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰਮੁਖ ਭਾਰ ਅਥਰਬਣ ਤਾਰਾ, ਗੁਰਮੁਖ ਭਾਰ ਅਥਰਬਣ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਹੁਣ ਤੱਕ ਆਪ ਜੀ ਪਹਿਲੀ ਵਾਰ ਦੀਆਂ 37 ਪੌੜੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਭਾਈ ਗੁਰਦਾਸ ਸਾਹਿਬ ਜੀ ਨੇ 35ਵੀਂ 36ਵੀਂ ਤੇ 37ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਗਦਾਦ ਜਾਣ ਦਾ ਜ਼ਿਕਰ ਕੀਤਾ ਹੈ। ਸਾਰੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਝੁਕੇ ਹਨ। ਆਓ ਇਸ ਤੋਂ ਅੱਗੇ 38ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਨੇ। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ, ਫਿਰ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆ ਗਏ। ਇਹ ਨਗਰ ਕਰਤਾਰਪੁਰ
ਰਾਵੀ ਦੇ ਕੰਢੇ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਵਸਾਇਆ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹੈ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਗਰ 1561 ਬਿਕਰਮੀ ਨੂੰ ਵਸਾਇਆ ਸੀ ਤੇ 1579 ਬਿਕਰਮੀ ਨੂੰ ਸਤਿਗੁਰੂ ਪਰਿਵਾਰ ਸਮੇਤ ਇਸ ਨਗਰ ਦੇ ਵਿੱਚ ਆ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦ ਇਹ ਕਰਤਾਰਪੁਰ ਨਗਰ ਵਸਾਇਆ, ਭਾਈ ਅਜਿੱਤਾ ਰੰਧਾਵਾ ਉਹਨੇ ਵੀ ਬਹੁਤ ਜ਼ਿਆਦਾ ਉਦਮ ਕੀਤਾ। ਇਸੇ ਤਰ੍ਹਾਂ ਭਾਈ ਦੋਦਾ ਉਹਨੇ ਜ਼ਮੀਨ ਵੀ ਦਿੱਤੀ, ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਨਗਰ ਵਸਾਓ। ਮਹਾਰਾਜ ਸੱਚੇ ਪਾਤਸ਼ਾਹ ਨੇ ਨਗਰ ਵਸਾਇਆ ਤੇ ਭਾਈ ਦੋਦਾ ਕਹਿੰਦਾ ਸੀ ਸੱਚੇ ਪਾਤਸ਼ਾਹ ਨਗਰ ਦਾ ਨਾਮ ਆਪ ਜੀ ਦੇ ਨਾਮ 'ਤੇ ਹੋਵੇਗਾ, ਨਾਨਕਪੁਰਾ ਹੋਵੇ। ਪਾਤਸ਼ਾਹ ਜੀ ਕਹਿੰਦੇ ਨਹੀਂ, ਜ਼ਮੀਨ ਕਿਸ ਦੀ ਹੈ? ਉਹਨੇ ਕਿਹਾ ਮਹਾਰਾਜ ਇਹ ਕਰਤਾਰ ਦੀ ਹੈ, ਪਰਮੇਸ਼ਰ ਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਨਗਰ ਦਾ ਨਾਮ ਕਰਤਾਰਪੁਰ ਹੋਵੇਗਾ। ਮਹਾਰਾਜ ਨੇ ਇਸ ਨਗਰ ਦੇ ਵਿੱਚ ਬਹੁਤ ਰੌਣਕਾਂ ਲਾਈਆਂ, ਸਿੱਖਾਂ ਦੀਆਂ ਝੋਲੀਆਂ ਸੱਚੇ ਪਾਤਸ਼ਾਹ ਨੇ ਇਸ ਨਗਰ ਦੇ ਵਿੱਚ ਭਰੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦ ਇਹ ਨਗਰ ਵਸਾ ਰਹੇ ਸਨ ਤਾਂ ਕਲਾਨੌਰ ਦਾ ਜਿਹੜਾ ਚੌਧਰੀ ਸੀ ਨਾ, ਕਰੋੜੀ ਮੱਲ, ਉਹ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਜ਼ਿਆਦਾ ਈਰਖਾ ਕਰਨ ਲੱਗਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਉਦੋਂ ਲਾਹੌਰ ਦੇ ਵਿੱਚ ਟਿਕਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਚੜ੍ਹਾਈ ਕਰਕੇ ਜਦ ਤੁਰਨ ਲੱਗਾ ਨਾ, ਉੱਥੋਂ ਆਪਣੇ ਬੰਦਿਆਂ ਦੇ ਸਮੇਤ ਇਹ ਘੋੜੇ ਤੋਂ ਡਿੱਗਿਆ, ਇਹਦੀ ਪੱਗ ਲੈ ਗਈ, ਜ਼ਖਮੀ ਹੋ ਗਿਆ। ਪਰ ਜਿੱਦ ਨਹੀਂ ਛੱਡੀ, ਕਹਿੰਦਾ ਮੈਂ ਮਹਾਰਾਜ ਨੂੰ ਨਗਰ ਨਹੀਂ ਵਸਾਉਣ ਦੇਣਾ। ਫਿਰ ਜਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਇੱਥੇ ਆਉਣ ਲੱਗੇ, ਇਹ ਤੇ ਇਹਦੇ ਸਾਥੀ ਅੰਨੇ ਹੋ ਜਾਇਆ ਕਰਨ, ਦਿਸਿਆ ਨਾ ਕਰੇ। ਜਦ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰ ਪੈਣ, ਫਿਰ ਦਿਸਣ ਲੱਗ ਪਵੇ। ਲੋਕਾਂ ਨੇ ਸਮਝਾਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੋਂ ਸਾਰੇ ਸੰਸਾਰ ਦੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੈ, ਤੇ ਤੂੰ ਗੁਰੂ ਨਾਨਕ ਸਾਹਿਬ ਦੇ ਨਾਲ ਮੱਥਾ ਲਾਉਂਦਾ ਹੈ। ਚੰਗੀ ਗੱਲ ਇਹ ਹੈ, ਨਿਮਾਣਾ ਨਿਤਾਣਾ ਬਣ ਕੇ ਸਤਿਗੁਰੂ ਦੀ ਸ਼ਰਨ ਵਿੱਚ ਚਲਿਆ ਜਾ। ਫਿਰ ਇਹਨੂੰ ਸਮਝ ਪਈ ਸੀ ਕਰੋੜੀ ਮੱਲ ਨੂੰ, ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਆ ਕੇ ਸਿਰ ਰੱਖ ਦਿੱਤਾ, ਮਹਾਰਾਜ ਖਿਮਾ ਕਰਿਓ। ਫਿਰ ਇਹਨੂੰ ਜਦ ਸਮਝ ਪਈ, ਫਿਰ ਇਹਨੇ ਵੀ ਇਹ ਨਗਰ ਵਸਾਉਣ ਦੇ ਵਿੱਚ ਸਹਿਯੋਗ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਆਪ ਇਹ ਨਗਰ ਰਾਵੀ ਦੇ ਕੰਢੇ 'ਤੇ ਵਸਾਇਆ ਸੀ ਤੇ ਫਿਰ 1522 ਈਸਵੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਪਰਿਵਾਰ ਸਮੇਤ ਇਸ ਨਗਰ ਵਿੱਚ ਆ ਕੇ ਵਸ ਗਏ ਸਨ। ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ। ਫਿਰ ਗੁਰੂ ਬਾਬਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਏ। 47 ਦੀ ਖਾਲਸਾ ਜੀ ਵੰਡ ਹੋਈ, ਆਪ ਸਭ ਜਾਣਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਵੀ ਉੱਧਰ ਪਾਕਿਸਤਾਨ ਵਿੱਚ ਰਹਿ ਗਿਆ, ਤੇ ਜਿੱਥੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਸੀ, ਉਹ ਵੀ ਉਸ ਪਾਸੇ ਰਹਿ ਗਿਆ। ਜਿੱਥੇ ਵੰਡ ਹੋਈ, ਡੇਰਾ ਬਾਬਾ ਨਾਨਕ ਤੋਂ ਸਿਰਫ 4.5 ਕਿਲੋਮੀਟਰ ਦੂਰ ਇਹ ਅਸਥਾਨ ਰਹਿ ਗਿਆ। ਗੁਰੂ ਕੇ ਪਿਆਰੇ ਸਿੱਖ 47 ਤੋਂ ਲੈ ਕੇ ਹੁਣ ਤੱਕ ਅਰਦਾਸਾਂ ਕਰਦੇ ਰਹੇ, ਸੱਚੇ ਪਾਤਸ਼ਾਹ ਆਪ ਦੇ ਪਵਿੱਤਰ ਅਸਥਾਨ ਦੇ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਦੋਂ ਹੋਣਗੇ। 72 ਸਾਲ ਬਾਅਦ, 2 ਸਾਲ ਪਹਿਲਾਂ ਆਪ ਸਾਰੇ ਜਾਣਦੇ ਹੋ, ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਮਨਜ਼ੂਰੀ ਦਿੱਤੀ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ। 2019 ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਵੇਲੇ ਤੋਂ ਅੱਜ ਸਿੱਖ ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਕਰਤਾਰਪੁਰ ਸਾਹਿਬ ਜਾਂਦੇ ਹੈ।
ਬਹੁਤ ਸੁੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਬਣਿਆ ਹੋਇਆ ਹੈ। ਗੁਰੂ ਕੇ ਸਿੱਖ ਉੱਤੇ ਨਤਮਸਤਕ ਹੁੰਦੇ ਹੈ। ਇੱਥੇ ਜਦੋਂ ਵੀ ਜਾਈਏ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਜ਼ਰੂਰ ਜਾਪ ਕਰਿਆ ਕਰੋ। ਜਿਹੜੇ ਵੀ ਗੁਰੂ ਕੇ ਸਿੱਖ ਜਾਂਦੇ ਹੈ, ਔਰ ਹਰ ਸਿੱਖ ਨੂੰ ਜਾ ਕੇ ਦਰਸ਼ਨ ਕਰਨੇ ਚਾਹੀਦੇ ਹੈ। ਜਿੱਥੇ ਮਹਾਰਾਜ ਜੀ ਨੇ ਖੇਤੀ ਕੀਤੀ, ਮਰਿਆਦਾ ਬੰਨੀ, ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਮੁਖੋਂ ਬਾਣੀ ਉਚਾਰੀ, ਬੜੀਆਂ ਰਹਿਮਤਾਂ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਵਰਤਾਈਆਂ ਹਨ। ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਦੇ ਹੈ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ ਅਤੇ ਸੇਵਾ ਕਰਦਿਆਂ ਕਰਦਿਆਂ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣ ਗਏ। ਇੱਕ ਵਾਰਾਂ ਬੈਰਾਗੀਆਂ ਦੀ ਇੱਕ ਜਮਾਤ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਈ, ਇੱਥੇ ਰਹੇ। ਇੱਥੇ ਹੀ ਮਹਾਰਾਜ ਨੇ ਧਰਮਸਾਲ ਬਣਵਾਈ ਸੀ, ਲੰਗਰ ਚੱਲਦਾ ਸੀ। ਸਿੱਖ ਖੇਤੀ ਕਰਦੇ ਸਨ, ਆਪ ਗੁਰੂ ਬਾਬਾ ਜੀ ਖੇਤੀ ਕਰਦੇ ਸਨ। ਜਿਨ੍ਹਾਂ ਵੀ ਸੰਗਤਾਂ ਨੇ ਆਉਣਾ, ਕੋਈ ਵੀ ਆਉਂਦਾ, ਉਹਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਮਿਲਦਾ ਸੀ। ਰਹਿਣ ਬਸੇਰੇ ਵਾਸਤੇ ਥਾਂ ਮਿਲਦੀ ਸੀ ਰਾਤ ਕੱਟਣ ਲਈ। ਬੈਰਾਗੀਆਂ ਦੀ ਜਮਾਤ ਇੱਕ ਰਾਤ ਰਹੀ। ਅਗਲੇ ਦਿਨ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ, ਸਾਨੂੰ ਇਹ ਦੱਸੋ ਤੁਹਾਡਾ ਗੁਰਮੰਤਰ ਕਿਹੜਾ ਹੈ, ਮੂਲ ਮੰਤਰ ਕਿਹੜਾ ਹੈ, ਮਾਲਾ ਮੰਤਰ ਕਿਹੜਾ ਹੈ। ਭਾਈ ਲਹਿਣਾ ਜੀ ਕਹਿੰਦੇ ਮੂਲ ਮੰਤਰ ਵਾਹਿਗੁਰੂ ਹੈ, ਵਾਹਿਗੁਰੂ ਗੁਰਮੰਤਰ ਵਾਹਿਗੁਰੂ ਹੈ, ਅਤੇ ਮੂਲ ਮੰਤਰ ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਹੈ। ਫਿਰ ਕਹਿੰਦੇ ਦੱਸੋ ਮਾਲਾ ਮੰਤਰ। ਭਾਈ ਲਹਿਣਾ ਜੀ ਕਹਿੰਦੇ ਇਹ ਤਾਂ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਦੱਸਾਂਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਬੈਰਾਗੀਆਂ ਦੀ ਜਮਾਤ ਪੁੱਛਦੀ ਹੈ ਮਾਲਾ ਮੰਤਰ ਕਿਹੜਾ ਹੈ। ਸੱਚੇ ਪਾਤਸ਼ਾਹ ਦੱਸੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਪਜੀ ਸਾਹਿਬ ਇਹ ਸਾਡਾ ਮਾਲਾ ਮੰਤਰ ਹੈ, ਅਤੇ ਹਰ ਸਿੱਖ ਇਹ ਮਾਲਾ ਦਾ ਜਾਪ ਕਰੇ, ਭਾਵ ਜਪਜੀ ਸਾਹਿਬ ਦਾ ਪਾਠ ਹਰ ਸਿੱਖ ਕਰੇ। ਅਤੇ ਇੱਥੇ ਹੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਨੇ, ਇਹਨਾਂ ਨੂੰ ਤਰਤੀਬਵਾਰ ਧੰਨ ਗੁਰੂ ਅੰਗਦ ਦੇਵ ਜੀ ਦੇ ਕੋਲੋਂ ਕਰਵਾਇਆ ਸੀ। ਕਿਉਂਕਿ ਜਪਜੀ ਸਾਹਿਬ ਦੀ ਬਾਣੀ ਇੱਕ ਥਾਂ 'ਤੇ ਨਹੀਂ ਉਚਾਰਨ ਕੀਤੀ ਗਈ। ਜਪਜੀ ਸਾਹਿਬ ਦੀਆਂ ਬਾਣੀਆਂ ਦੀਆਂ ਪਹਿਲਾ ਮੂਲ ਮੰਤਰ ਹੈ, 38 ਪੌੜੀਆਂ ਹਨ, ਅਤੇ ਅਖੀਰ 'ਤੇ ਇੱਕ ਸਲੋਕ ਹੈ। ਇਹ ਸਾਰੀ ਬਾਣੀ ਮਹਾਰਾਜ ਨੇ ਇੱਕ ਥਾਂ 'ਤੇ ਨਹੀਂ ਉਚਾਰੀ। ਸਿੱਧਾਂ ਦੇ ਨਾਲ ਚਰਚਾ ਹੋਈ ਸੁਮੇਰ ਪਰਬਤ 'ਤੇ, ਕੁਝ ਹੋਰ ਥਾਵਾਂ 'ਤੇ। ਜਿਵੇਂ ਜਿਵੇਂ ਉਹਨਾਂ ਦੇ ਨਾਲ ਵਿਚਾਰ ਹੁੰਦੀ ਰਹੀ, ਮਹਾਰਾਜ ਜੀ ਬਾਣੀ ਉਚਾਰਦੇ ਰਹੇ। ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਇਹ ਤਰਤੀਬ ਅਨੁਸਾਰ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿ ਕੇ ਆਪਣੀ ਹਜ਼ੂਰੀ ਦੇ ਵਿੱਚ ਜਪਜੀ ਸਾਹਿਬ ਦੀਆਂ ਬਾਣੀਆਂ ਦੀ ਪੌੜੀਆਂ ਦੀ ਸਾਰੀ ਤਰਤੀਬ ਸਤਿਗੁਰੂ ਨੇ ਆਪ ਬੰਨੀ ਬਣਵਾਈ ਆਪਣੇ ਹਜ਼ੂਰ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ ਜਪਜੀ ਸਾਹਿਬ ਦਾ ਜਾਪ ਕਰਨ ਦਾ। ਇਹ ਮੂਲ ਮੁੱਢ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ। ਗੁਰੂ ਕੇ ਪਿਆਰੇ ਸਿੱਖ ਨਿਤਨੇਮ ਕਰਦੇ ਨੇ, ਨਿਤਨੇਮ ਦੀ ਪਹਿਲੀ ਬਾਣੀ ਹੈ। ਇਸੇ ਤਰ੍ਹਾਂ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, 5 ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ। ਇਸ ਲਈ ਜਪਜੀ ਸਾਹਿਬ ਪੜ੍ਹਨਾ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਫਿਰ ਕਰਤਾਰਪੁਰ ਆ ਗਏ, ਭੇਖ ਉਦਾਸੀ ਸਗਲ ਉਤਾਰਾ। ਕਰਤਾਰਪੁਰ ਸਾਹਿਬ ਆ ਕੇ ਸਤਿਗੁਰੂ ਨੇ ਉਦਾਸੀ ਭੇਖ ਜਿਹੜਾ ਸੀ ਨਾ, ਫਕੀਰੀ ਲਿਬਾਸ ਧਾਰਨ ਕੀਤਾ, ਉਹ ਲਾਹ ਦਿੱਤਾ। ਕਿਉਂਕਿ ਮਹਾਰਾਜ ਜਿੱਥੇ ਜਾਂਦੇ ਸੀ ਉੱਦਾਂ ਦਾ ਲਿਬਾਸ ਪਾ ਲੈਂਦੇ ਸੀ। ਜਦੋਂ ਮਹਾਰਾਜ ਮੱਕੇ ਗਏ, ਮਹਾਰਾਜ ਨੇ ਨੀਲ ਬਸਤਰ ਪਹਿਨ ਲਏ। ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਪਿੱਛੇ ਅਸੀਂ ਸਰਵਣ ਕਰ ਚੁੱਕੇ ਹਾਂ।
तो महाराज जी ने जिहड़ा उदासी लिबास धारिया सी ना, करतारपुर साहिब आके सतगुरु ने वो उतार दिता, ला दिता। पहर संसारी कपड़े मंजी बैठ किया अवतारा। सतगुरु ने संसारी कपड़े पाए, जिहड़े उदों संसारी वस्त्र सी। महाराज चिट्टे वस्त्र गुरु नानक साहिब जी धारण करिया करते सन। सीस ते महाराज दे परना हुंदा सी दस्तार, सीस ते सतगुरु दस्तार सजाउंदे, परना बन्नदे। महाराज सच्चे पातशाह चिट्टे रंग दे वस्त्र धारण करदे, सादा लिबास सी सतगुरु दा, गुरसिखां नूं उपदेश दिंदे। महाराज सुबह शाम धर्मशाल दे विच बैठ के सिੱਖਿਆ बख्शदे, दिने आप भी खेतां विच काम करदे, गुरसिखां दे पासों भी काम कराउंदे। सो इत्थे करतारपुर आके संसारी कपड़े पहन लए सतगुरु ने। मंजी बैठ किया अवतारा, मंजी ते भाव गद्दी ते बैठ के, जिहड़ी धुरों दरगाहों बख्शिश होई है गुरता गद्दी, इस गुरता गद्दी ते बैठ के सतगुरु पातशाह जी ने संसार दे लोकां दा भला कीता। पहिलां सतगुरु ने तुर फिर के विचर के महाराज ने उदासियां कीतियां, पातशाह ने भरमण करके सारियां दा भला कीता। फिर करतारपुर साहिब बैठ करके महाराज जी ने गुरु के सिखां दा पार उतारा कीता, उपदेश दे के निहाल कीता। सच्चे पातशाह जी जिहड़ा भी कोई भावना वाला आउंदा उहनूं उपदेश दिंदे। इस तरह लोकां दा पार उतारा कीता। सतगुरु ने धुरों दरगाहों बख्शिश कीती, गद्दी ते विराजमान हो के। उलटी गंग वहाई ओन गुर अंगद सिर उपर धारा। इत्थे करतारपुर साहिब दी धरती ते महाराज ने उल्टी गंगा वहा दिती। उल्टी गंगा वहाउण दा की मतलब है? सतगुरु महाराज जी ने पुत्रां नूं छड्ड अपने सेवक भाई लहणे नूं गुरता गद्दी बख्शी, क्योंकि भाई लहणा जी ने सतगुरु दा हर हुक्म मन्निया। जो भी हुक्म गुरु नानक साहिब जी करते सन, भावें अद्धी रात वेले कहिंदे है भाई लहणे नूं रावी ते जाके साडे कपड़े धो के सुका के लिया, तो भाई लहणा जी अद्धी रात वेले ही तुर जाते है। कदी नहीं कहा महाराज सवेरे दिन चढ़ेगा, दिन चढ़े काम कर लवांगा, उस वेले हुक्म मन्निया। सतगुरु ने इत्थे करतारपुर साहिब की धरती ते उल्टी गंगा वहा दिती। गुर अंगद सिर उपर धारा। गुरु अंगद देव जी के सिर के उत्ते गुरता गद्दी का छत्र धारिया टिका दिता, अथवा गुरु नानक साहिब महाराज जी ने गुरु अंगद देव जी के पवित्र चरणों के उत्ते अपना सीस टिका दिता। गुरु अंगद देव जी नूं नमस्कार कीती, मत्था टेकिया, गुरता गद्दी बख्श दिती। पुत्री कौल न पालिया मन खोटे आकी न सियारा। क्योंकि पुत्रां ने कौल नहीं पालिया, सतगुरु का बचन नहीं मन्निया, गुरु नानक साहिब जी का। असीं इतिहास विच पढ़दे हां, सच्चे पातशाह गुरु नानक साहिब महाराज जी का हुक्म भाई लहणा जी तो सीस झुका के मनते है, पर जदों पुत्रां नूं सतगुरु कहिंदे है, बाबा श्री चंद जी नूं आप इनकार कर देंदे, बाबा लक्ष्मी दास जी नूं भी इनकार करते है। भाई लहणे नूं कहिंदे है, भाई लहणा जी चिक्कड़ दे विच जिहड़ा कटोरा सुलेमानी कटोरा डिग्गिया सी, पुत्रां नूं कहा, पुत्रां ने कहा साडे कपड़े खराब हो जाणगे, नवे वस्त्र पाए है। ते जद भाई लहणा जी नूं कहा, भाई लहणा जी झट ही छाल मार के चिक्कड़ विच वड़ गए, कटोरा बाहर कढ लिआंदा। इसे तरह धर्मशाल दे विच एक मरी हुई चूही बिल्ली उत्थे सुट गई। बाबा श्री चंद जी नूं कहा, कहंदे नहीं मैं नहीं सुट्टनी बाहर। बाबा लक्ष्मी दास भी कहंदे बथेरे सेवक ने, उन्हां नूं कह दिओ। भाई लहणे वाले इशारा ही किया सतगुरु ने,
ਉਸੇ ਵੇਲੇ ਉਹ ਮਰੀ ਹੋਈ ਚੂਹੀ ਬਾਹਰ ਸੁੱਟ ਕੇ ਆਏ। ਹਰ ਹੁਕਮ ਸਤਿਗੁਰੂ ਦਾ ਉਸੇ ਵੇਲੇ ਹੀ ਭਾਈ ਲਹਿਣੇ ਨੇ ਮੰਨਿਆ। ਹਰ ਪਰਖ ਦੇ ਵਿੱਚੋਂ ਭਾਈ ਲਹਿਣਾ ਜੀ ਪੂਰੇ ਉਤਰੇ। ਪੁੱਤਰਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ ਔਰ ਹੁਕਮ ਨਾ ਮੰਨਣ ਕਰਕੇ ਮਨ ਦੇ ਖੋਟੇ ਹੋ ਗਏ, ਹੁਕਮ ਮੰਨਣ ਵੱਲੋਂ ਆਕੀ ਹੋ ਗਏ, ਨੱਸਣ ਵਾਲੇ ਹੋ ਗਏ। ਬਾਣੀ ਮੁਖਹੁ ਉਚਾਰੀਐ, ਹੋਏ ਰੁਸਨਾਈ ਮਿਟੈ ਅੰਧਾਰਾ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਖ ਤੋਂ ਬਾਣੀ ਉਚਾਰਦੇ ਨੇ ਸੰਸਾਰ ਦੇ ਭਲੇ ਵਾਸਤੇ। ਭਾਵੇਂ ਕਿ ਸਤਿਗੁਰਾਂ ਨੇ ਥਾਂ ਥਾਂ 'ਤੇ ਵੀ ਵਿਚਰ ਕੇ ਬਾਣੀ ਉਚਾਰਨ ਕੀਤੀ ਹੈ, ਪਰ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਵੀ ਬਹੁਤ ਸਾਰੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ। 12ਵਾਂ ਤੁਖਾਰੀ ਪੜ੍ਹਦੇ ਹਾਂ ਅਸੀਂ, ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਹਾਰਾਜ ਨੇ ਕਰਤਾਰਪੁਰ ਸਾਹਿਬ ਉਚਾਰਨ ਕੀਤਾ ਹੈ। ਸਤਿਗੁਰੂ ਮੁਖ ਤੋਂ ਬਾਣੀ ਉਚਾਰਦੇ ਨੇ, ਹੋਏ ਰੁਸਨਾਈ ਮਿਟੈ ਅੰਧਾਰਾ। ਕਿਉਂ ਉਚਾਰਦੇ ਨੇ? ਸੰਸਾਰ ਦੇ ਵਿੱਚ ਗਿਆਨ ਦਾ ਚਾਨਣ ਹੋਵੇ, ਅਵਿਦਿਆ ਦਾ ਅਤੇ ਅਗਿਆਨਤਾ ਦਾ ਹਨੇਰਾ ਮਿਟ ਜਾਵੇ, ਇਸ ਲਈ ਮਹਾਰਾਜ ਬਾਣੀ ਉਚਾਰਦੇ ਹੈ। ਇੱਥੇ ਅੰਧਾਰਾ ਪਾਠ ਸ਼ੁੱਧ ਹੈ, ਕਈਆਂ ਥਾਵਾਂ 'ਤੇ ਅੰਧਿਆਰਾ ਵੀ ਹੁੰਦਾ ਹੈ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧਰਮਸ਼ਾਲਾ ਦੇ ਵਿੱਚ ਸਦਾ ਹੀ ਗਿਆਨ ਗੋਸ਼ਟੀ ਹੁੰਦੀ ਹੈ, ਸਦਾ ਹੀ ਸਾਰਥਕ ਚਰਚਾ ਹੁੰਦੀ ਹੈ। ਇੱਕ ਰਸ ਸ਼ਬਦ ਦੀ ਧੁਨੀ ਉੱਠਦੀ ਹੈ, ਕੀਰਤਨ ਹੁੰਦਾ ਹੈ, ਗੁਰੂ ਕੇ ਸ਼ਬਦ, ਗੁਰੂ ਕੇ ਸਿੱਖ ਰਸਨਾ ਤੋਂ ਸ਼ਬਦ ਗਾਉਂਦੇ ਹੈ। ਇਸ ਤਰ੍ਹਾਂ ਸ਼ਬਦ ਦੀ ਧੁਨਕਾਰ ਉੱਠਦੀ ਹੈ, ਆਵਾਜ਼ ਸ਼ਬਦ ਦੀ ਕੰਨੀ ਪੈਂਦੀ ਹੈ। ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਸੋ ਦਰ ਆਰਤੀ ਗਾਵੀਐ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੀ ਖਾਲਸਾ ਜੀ ਇਹ ਮਰਿਆਦਾ ਬੰਨ੍ਹ ਦਿੱਤੀ ਸੀ। ਸੰਧਿਆ ਵੇਲੇ ਸੋਦਰ ਦਾ ਪਾਠ ਕਰਨਾ। ਅੱਜ ਹਰ ਸਿੱਖ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਜਾਪ, ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਦਾ ਪਾਠ ਅਤੇ ਸੌਣ ਵੇਲੇ ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰਦਾ ਹੈ। ਸੋਦਰ ਦਾ ਪਾਠ ਕਰਨ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੈ। ਹੁਣ ਤੁਸੀਂ ਕਹੋਗੇ ਵੀ ਰਹਿਰਾਸ ਸਾਹਿਬ ਦੇ ਵਿੱਚ ਤਾਂ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਦੇ ਸ਼ਬਦ ਆਉਂਦੇ ਹੈ, ਫਿਰ ਚੌਪਈ ਸਾਹਿਬ ਹੈ, ਇਹ ਉਦੋਂ ਮਰਿਆਦਾ ਕਿਵੇਂ ਸੀ? ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਸੋਦਰ ਦੇ 4 ਸ਼ਬਦ ਹੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਪੜ੍ਹੇ ਜਾਂਦੇ ਸਨ। ਪਹਿਲਾ ਸੋਦਰ ਵਾਲਾ, ਫਿਰ ਸੁਣ ਵੱਡਾ ਆਖੇ ਸਭ ਕੋਏ, ਉਸ ਤੋਂ ਬਾਅਦ ਆਖਾਂ ਜੀਵਾਂ ਵਿਸਰੈ ਮਰ ਜਾਓ, ਤੇ ਤਿਤ ਸਰਵਰੜੈ ਭਈ ਲੈ ਨਿਵਾਸਾ। ਇਹ 4 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸੰਧਿਆ ਦੇ ਵੇਲੇ ਸਤਿਗੁਰੂ ਆਪ ਪੜ੍ਹਦੇ ਸਨ ਅਤੇ ਸਿੱਖ ਪੜ੍ਹਦੇ ਸਨ। ਇਹ ਮਰਿਆਦਾ ਸੀ। ਉਸ ਤੋਂ ਬਾਅਦ ਫਿਰ ਅਸੀਂ ਵੇਖਦੇ ਹਾਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਵੇਲੇ 5 ਸ਼ਬਦ ਸੋਦਰ ਦੇ ਵਿੱਚ ਸਤਿਗੁਰੂ ਰਹਿਰਾਸ ਸਾਹਿਬ ਦੇ ਵਿੱਚ ਹੋਰ ਸ਼ਾਮਲ ਕਰਦੇ ਨੇ। ਕੁੱਲ 9 ਸ਼ਬਦ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੇਲੇ ਪੜ੍ਹੇ ਜਾਂਦੇ ਸੀ। ਰਾਗ ਗੂਜਰੀ ਮਹੱਲਾ ਚੌਥਾ, ਰਾਗ ਗੂਜਰੀ ਮਹੱਲਾ ਪੰਜਵਾ, ਇਸੇ ਤਰ੍ਹਾਂ ਸੋ ਪੁਰਖ, ਇਹ 3 ਹੋ ਗਏ। ਤੂੰ ਕਰਤਾ ਸਚਿਆਰ ਮੈਡਾ ਸਾਈ, ਇਹ ਚੌਥਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ 5ਵਾਂ ਸ਼ਬਦ। 4 ਪਹਿਲੇ ਸ਼ਬਦ ਤੇ 5 ਇਹ 9 ਸ਼ਬਦ। ਹੁਣ ਵੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਆਰੰਭ ਹੁੰਦੀ ਹੈ ਅਤੇ ਜਪਜੀ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਸੋਦਰ ਵਾਲੇ ਉਹ 9 ਸ਼ਬਦ ਨੇ। ਗੁਰੂ ਅਰਜੁਨ ਦੇਵ ਮਹਾਰਾਜ ਨੇ ਜਦੋਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਲਿਖਵਾਈ ਸੀ, ਜਪਜੀ ਸਾਹਿਬ ਤੋਂ ਬਾਅਦ ਉਦੋਂ ਜਿੰਨੀ ਰਹਿਰਾਸ ਸਾਹਿਬ ਕੀਤੀ ਜਾਂਦੀ ਸੀ, ਉਹ ਰਹਿਰਾਸ ਸਾਹਿਬ ਸਤਿਗੁਰੂ ਨੇ ਦਰਜ ਕਰਵਾਈ। 9 ਸ਼ਬਦ ਨੇ।
ਉਸ ਤੋਂ ਅੱਗੇ ਫਿਰ ਸੋਹਿਲਾ ਸਾਹਿਬ ਹੈ। ਫਿਰ ਰਾਗਾਂ ਦੇ ਵਿੱਚ ਬਾਣੀ ਜਿਹੜੀ ਉਹ ਆਰੰਭ ਹੁੰਦੀ ਹੈ, ਸ੍ਰੀ ਰਾਗ। ਸੋ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਇਹ 9 ਸ਼ਬਦ ਪੜ੍ਹੇ ਜਾਂਦੇ ਸੀ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਅੰਮ੍ਰਿਤ ਸੰਚਾਰ ਵੇਲੇ ਇਹ ਮਰਿਆਦਾ ਸਤਿਗੁਰੂ ਨੇ ਬੰਨੀ। ਜੋ ਅੱਜ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਾਹਿਬ ਦੋਹਰਿਆਂ ਸਮੇਤ ਆਨੰਦ ਸਾਹਿਬ ਬਾਣੀ ਦੀਆਂ 6 ਪੌੜੀਆਂ, ਮੁੰਦਾਵਣੀ ਮਹੱਲਾ ਪੰਜਵਾ, ਸ਼ਲੋਕ ਮਹੱਲਾ ਪੰਜਵਾ, ਅਤੇ ਜਿੱਥੇ ਤੱਕ ਅਸੀਂ ਪੜ੍ਹਦੇ ਹਾਂ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਇੱਥੋਂ ਤੱਕ ਇਹ ਕਲਗੀਧਰ ਪਾਤਸ਼ਾਹ ਜੀ ਨੇ ਮਰਿਆਦਾ ਬੰਨੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਦੋਂ ਮੁੱਖ ਗ੍ਰੰਥੀ ਥਾਪ ਕੇ ਸਤਿਗੁਰੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਜਿਆ ਸੀ, ਉਦੋਂ ਇਹ ਰਹਿਰਾਸ ਸਾਹਿਬ ਜੀ ਦਾ ਪਾਠ ਭਾਈ ਮਨੀ ਸਿੰਘ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਰਦੇ ਸਨ। ਹੁਣ ਤੱਕ ਚੌਪਈ ਅਤੇ ਦੋਹਰਿਆਂ ਵਾਲੀ ਰਹਿਰਾਸ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੰਦੀ ਰਹੀ ਹੈ। ਜਦੋਂ ਅਕਾਲੀ ਲਹਿਰ ਚੱਲੀ ਹੈ, ਫਿਰ 1932 ਦੇ ਵਿੱਚ ਜੋ ਮਰਿਆਦਾ ਬਣਦੀ ਹੈ, ਉਦੋਂ ਫਿਰ ਰਹਿਰਾਸ ਸਾਹਿਬ ਜੀ ਦਾ ਪਾਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਹ ਛੋਟਾ ਕਰ ਦਿੱਤਾ ਜਾਂਦਾ ਹੈ। ਪਰ ਅੱਜ ਵੀ ਅਸੀਂ ਵੇਖਦੇ ਹਾਂ ਇਸ ਸਥਾਨ 'ਤੇ ਵੀ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਜਿਹਨੂੰ ਤੁਸੀਂ ਵੱਡੀ ਰਹਿਰਾਸ ਸਾਹਿਬ ਕਹਿੰਦੇ ਹੋ, ਉਹੀ ਰਹਿਰਾਸ ਸਾਹਿਬ ਦਾ ਬਾਣੀ ਦਾ ਜਾਪ ਕੀਤਾ ਜਾਂਦਾ ਹੈ। ਬਾਣੀ ਜਿੰਨੀ ਵੀ ਪੜ੍ਹੀ ਜਾਵੇ ਥੋੜ੍ਹੀ ਹੀ ਥੋੜ੍ਹੀ ਹੈ। ਸੋ ਇਸ ਭਰਮ ਭੁਲੇਖੇ ਦੇ ਵਿੱਚ ਨਾ ਪੈਣਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਭਾਵਨਾ ਦੇ ਨਾਲ ਜਦ ਅਸੀਂ ਪੜ੍ਹਾਂਗੇ, ਮਹਾਰਾਜ ਜੀ ਬਹੁਤ ਬਖਸ਼ਿਸ਼ਾਂ ਕਰਦੇ ਹੈ। ਸੋਦਰ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਤੋਂ ਹੈ। ਸੋਦਰ ਆਰਤੀ ਗਾਵੀ ਹੈ। ਸੰਧਿਆ ਦੇ ਵੇਲੇ ਸੋਦਰ ਦਾ ਪਾਠ ਹੁੰਦਾ ਸੀ, ਆਰਤੀ ਗਾਈ ਜਾਂਦੀ ਸੀ, ਜੋ ਸਤਿਗੁਰੂ ਨੇ ਉਚਾਰਨ ਕੀਤੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਸੋਦਰ ਵੀ ਅਤੇ ਆਰਤੀ ਵੀ ਉੱਥੇ ਗਾਈ ਜਾਂਦੀ ਸੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਅੰਮ੍ਰਿਤ ਵੇਲੇ ਜਾਪ ਉਚਾਰਾ, ਅਤੇ ਅੰਮ੍ਰਿਤ ਵੇਲੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧਰਮਸ਼ਾਲਾ ਦੇ ਵਿੱਚ ਜਪਜੀ ਸਾਹਿਬ ਜੀ ਦਾ ਸਿੱਖ ਜਾਪ ਕਰਦੇ ਸਨ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਸੀ, ਹਰ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰੇ। ਅਤੇ ਸਤਿਗੁਰੂ ਦਾ ਹੁਕਮ ਮੰਨਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ, ਕਹਿੰਦੇ ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕਿਹ, ਤੈਸੇ ਸਿੱਖ ਕੋ ਚੀਨ। ਕਹਿੰਦੇ ਗੁਰੂ ਕਾ ਸਿੱਖ ਬਣ ਗਿਆ ਤੂੰ, ਜਪਜੀ ਸਾਹਿਬ ਦੀ ਬਾਣੀ ਕੰਠ ਨਹੀਂ ਕੀਤੀ, ਮੂੰਹ ਜ਼ਬਾਨੀ ਚੇਤੇ ਨਹੀਂ ਕੀਤਾ ਜਪਜੀ ਸਾਹਿਬ, ਤੂੰ ਕਾਹਦਾ ਸਿੱਖ ਹੈ? ਕਹਿੰਦੇ ਤੂੰ ਤਾਂ ਇਸ ਤਰ੍ਹਾਂ ਹੈ, ਤੰਦੁਲ ਬਿਨ ਤੁਖ ਕਾਮ ਕਿਹ, ਚੌਲਾਂ ਤੋਂ ਬਿਨਾਂ ਚੌਲ ਦੇ ਉੱਪਰ ਵਾਲਾ ਕੱਲਾ ਛਿਲਕਾ ਕਿਸ ਕੰਮ ਹੈ? ਕਹਿੰਦੇ ਉਸ ਸਿੱਖ ਨੂੰ ਜਿਹਨੂੰ ਜਪਜੀ ਸਾਹਿਬ ਚੇਤੇ ਨਹੀਂ, ਇਸ ਤਰ੍ਹਾਂ ਜਾਣ ਲਓ ਜਿਵੇਂ ਚੌਲਾਂ ਤੋਂ ਬਿਨਾਂ ਸਿਰਫ ਉੱਪਰਲਾ ਫੂਸ ਹੁੰਦਾ ਹੈ, ਛਿਲਕਾ ਹੁੰਦਾ ਹੈ। ਇਸ ਲਈ ਅਸੀਂ ਸਾਰੇ ਆਪ ਵੀ ਜਪਜੀ ਸਾਹਿਬ ਚੇਤੇ ਕਰੀਏ, ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਿਆ ਕਰੀਏ, ਜਪਜੀ ਸਾਹਿਬ ਦਾ ਪਾਠ, ਜਪਜੀ ਸਾਹਿਬ ਚੇਤੇ ਜ਼ਰੂਰ ਕਰੋ। ਸੱਚੇ ਪਾਤਸ਼ਾਹ ਜੀ ਆਪ ਜਪਜੀ ਸਾਹਿਬ ਦਾ ਪਾਠ ਕਰਦੇ ਸੀ। ਸਾਨੂੰ ਇਤਿਹਾਸ ਦੇ ਵਿੱਚ ਥਾਂ ਥਾਂ 'ਤੇ ਜ਼ਿਕਰ ਮਿਲੇਗਾ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਸ਼ਹੀਦ ਕੀਤਾ ਜਾ ਰਿਹਾ ਸੀ, ਲਾਹੌਰ ਤਸੀਹੇ ਦਿੱਤੇ ਜਾ ਰਹੇ ਸੀ, ਮਹਾਰਾਜ ਰਾਵੀ 'ਤੇ ਆਏ ਅਤੇ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਸੀ। ਨਾਲ ਦੇ 5 ਸਿੱਖ, ਉਹਨਾਂ ਨੂੰ ਵੀ ਕਿਹਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ। 5 ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ ਔਰ ਜਪਜੀ ਸਾਹਿਬ ਦੇ ਪਾਠ ਹਰ ਸਿੱਖ ਨੂੰ ਕਿਹਾ, ਇੱਥੇ 84 ਪੌੜੀਆਂ 'ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਭਾਵਨਾ ਨਾਲ ਕਰੇਗਾ, ਉਹ ਮੁਕਤ ਹੋ ਜਾਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਸ਼ਹੀਦ ਹੋਣ ਲੱਗੇ ਨੇ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਸੀਸ ਝੁਕਾਇਆ ਹੈ, ਫਿਰ ਸੀਸ ਉਤਾਂ ਚੁੱਕਿਆ, ਫਿਰ ਜਲਾਦ ਨੇ ਵਾਰ ਕੀਤਾ। ਮਹਾਰਾਜ ਜੀ ਆਪ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਹੈ। ਅਤੇ ਗੁਰੂ ਕਾ ਸਿੱਖ
ਪੰਜਾਂ ਬਾਣੀਆਂ ਦੇ ਜਾਪ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਪੜ੍ਹਦਾ ਹੈ। ਅੰਮ੍ਰਿਤ ਸੰਚਾਰ ਦੇ ਵਿੱਚ ਪੰਜਾਂ ਬਾਣੀਆਂ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਹੈ। ਇਹ ਮੂਲ ਹੈ, ਇਹ ਮੁੱਢ ਹੈ ਅਤੇ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਸਤਿਗੁਰੂ ਦੀ ਪ੍ਰਸੰਨਤਾ ਲੈ ਸਕਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸਾ ਜੀ ਟਿਕੇ ਸਨ, ਮਹਾਰਾਜ ਨੇ ਇਹ ਜੰਗ ਲੜਿਆ। ਸ਼੍ਰੀ ਹਰਗੋਬਿੰਦਪੁਰ ਸਾਹਿਬ ਜਿਹੜਾ ਹੋਇਆ, ਘੇਰੜ ਦਾਸ ਦਾ ਪੁੱਤਰ ਅਤੇ ਚੰਦੂ ਦਾ ਪੁੱਤਰ ਕਰਮਚੰਦ, ਘੇਰੜ ਦਾਸ ਦਾ ਪੁੱਤਰ ਰਤਨ ਚੰਦ, ਇਹ ਜਲੰਧਰ ਦਾ ਸੂਬੇਦਾਰ ਅਬਦੁਲ ਖਾਂ 15,000 ਫੌਜਾਂ ਦੇ ਸਮੇਤ ਚੜ੍ਹਾਈ ਕਰਕੇ ਆ ਗਏ ਸੀ। ਮਹਾਰਾਜ ਨੇ ਜੰਗ ਕੀਤਾ। ਖੈਰ, ਜੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਸੱਚੇ ਪਾਤਸ਼ਾਹ ਇੱਥੇ ਦਮਦਮਾ ਰਚ ਕੇ ਉੱਤੇ ਬਿਰਾਜੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਸੀ, ਕੋਈ ਐਸਾ ਸਿੱਖ ਹੈ ਜਿਹੜਾ ਸਾਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਗੁਰੂ ਕੇ ਸਿੱਖ ਕਹਿੰਦੇ, ਮਹਾਰਾਜ ਜਪਜੀ ਸਾਹਿਬ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਇਹ ਸ਼ੁੱਧ ਹੋਵੇ ਇਹ ਸਾਨੂੰ ਨਹੀਂ ਪਤਾ। ਤਾਂ ਭਾਈ ਗੋਪਾਲਾ ਜੀ, ਹਾਫਜ਼ਾਬਾਦ ਦੇ ਰਹਿਣ ਵਾਲੇ, ਹੱਥ ਜੋੜੇ, ਮਹਾਰਾਜ ਸੱਚੇ ਪਾਤਸ਼ਾਹ ਆਪ ਦਾ ਹੁਕਮ ਹੋਵੇ ਤਾਂ ਮੈਂ ਆਪ ਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਸਕਦਾ ਹਾਂ ਤੁਹਾਡੀ ਕਿਰਪਾ ਦੇ ਨਾਲ। ਸੱਚੇ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਤੋਂ ਉੱਚੇ ਥਾਂ ਬਿਠਾਇਆ ਵੀ ਇਹਨੇ ਬਾਣੀ ਸੁਣਾਉਣੀ ਹੈ ਸਾਨੂੰ। ਮਹਾਰਾਜ ਜੀ ਇੰਨਾ ਸਤਿਕਾਰ ਕਰਦੇ ਸੀ ਗੁਰਬਾਣੀ ਦਾ, ਜਿਹੜਾ ਸਿੱਖ ਕੋਈ ਬਾਣੀ ਸਰਵਣ ਕਰਵਾਉਂਦਾ ਸੀ ਉਹਨੂੰ ਆਪਣੇ ਉੱਚੇ ਥਾਂ 'ਤੇ ਬਿਠਾਉਂਦੇ ਹੁੰਦੇ ਸੀ ਸੱਚੇ ਪਾਤਸ਼ਾਹ ਜੀ, ਸਿਰਹਾਣੇ ਵਾਲੇ ਪਾਸੇ। ਅੱਜ ਵੀ ਜਦੋਂ ਆਪਾਂ ਘਰਾਂ ਦੇ ਵਿੱਚ ਬਾਣੀ ਪੜ੍ਹੀਏ ਨਾ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਨਹੀਂ ਪਤਾ ਹੁੰਦਾ, ਦੂਜੇ ਮੰਜਿਆਂ 'ਤੇ ਬੈਠੇ ਹੁੰਦੇ ਨੇ ਅਤੇ ਪੋਥੀ ਸਾਹਿਬ ਲੈ ਕੇ ਬਾਣੀ ਪੜ੍ਹਨ ਵਾਲਾ ਕਿ ਮੈਂ ਤਾਂ ਜ਼ਮੀਨ 'ਤੇ ਬਹਿਣਾ ਹੈ, ਜਾਂ ਤਾਂ ਸਾਰੇ ਥੱਲੇ ਬਹੋ, ਜਾਂ ਫਿਰ ਬਾਣੀ ਪੜ੍ਹਨ ਵਾਲਾ ਉੱਚੀ ਥਾਂ 'ਤੇ ਬੈਠੇ। ਨਹੀਂ ਤਾਂ ਬਾਣੀ ਦਾ ਸਤਿਕਾਰ ਨਹੀਂ ਹੈ। ਸਤਿਗੁਰੂ ਦੇ ਸ਼ਬਦ ਦਾ ਜਿੰਨਾ ਸਤਿਕਾਰ ਹੋਵੇ ਓਨਾ ਹੀ ਥੋੜ੍ਹਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਉੱਚੀ ਥਾਂ 'ਤੇ ਬਿਠਾਇਆ। ਭਾਈ ਗੋਪਾਲਾ ਜੀ ਭਾਵਨਾ ਦੇ ਨਾਲ ਮਹਾਰਾਜ ਨੂੰ ਜਪਜੀ ਸਾਹਿਬ ਸਰਵਣ ਕਰਵਾਉਂਦੇ ਹੈ। ਇੱਕ ਓਅੰਕਾਰ ਤੋਂ ਬਾਣੀ ਦੀ ਆਰੰਭਤਾ ਕੀਤੀ। ਬੜੀ ਇਕਾਗਰਤਾ ਦੇ ਨਾਲ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾ ਰਹੇ ਨੇ। ਅਤੇ ਅਖੀਰ 'ਤੇ ਜਦੋਂ ਆਏ ਨਾ ਸਲੋਕ ਪੜ੍ਹਨ 'ਤੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਖਦੇ ਹੈ ਵੀ ਸਿੱਖ ਨੇ ਸਾਨੂੰ ਸ਼ੁੱਧ ਜਪਜੀ ਸਾਹਿਬ ਸੁਣਾਇਆ, ਅਸੀਂ ਕੀ ਦਈਏ? ਤ੍ਰਿਲੋਕੀ ਦਾ ਰਾਜ ਦੇ ਦਈਏ? ਦੁਨੀਆ ਦਾ ਧਨ ਪਦਾਰਥ ਇਹ ਤਾਂ ਕੁਝ ਵੀ ਨਹੀਂ ਇਹਦੇ ਸਾਹਮਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਦੀ ਇਹ ਗੁਰਤਾ ਗੱਦੀ ਹੀ ਬਖਸ਼ ਦਿੰਦੇ ਹਾਂ ਅਸੀਂ ਸਿੱਖ ਨੂੰ। ਇੰਨੀ ਪ੍ਰਸੰਨਤਾ ਹੋਈ ਸਤਿਗੁਰੂ ਦੇ ਮਨ ਦੇ ਵਿੱਚ। ਮਹਾਰਾਜ ਉੱਠਣ ਲੱਗੇ, ਗੋਡਾ ਜੇ ਚੁੱਕਿਆ ਹੀ ਸੀ, ਭਾਈ ਗੋਪਾਲੇ ਦੇ ਮਨ ਵਿੱਚ ਫੁਰਨਾ ਆ ਗਿਆ। ਮਨ ਵਿੱਚ ਖਿਆਲ ਆਇਆ, ਮਹਾਰਾਜ ਤਾਂ ਉੱਠ ਚੱਲੇ ਨੇ। ਫੁਰਨਾ ਇਹ ਆਇਆ ਮਨ ਵਿੱਚ, ਭਾਈ ਸੁਭਾਗਾ ਜਿਹੜੇ 5 ਘੋੜੇ ਲੈ ਕੇ ਆਇਆ ਨਾ, ਉਹਦੇ ਵਿੱਚੋਂ ਇੱਕ ਘੋੜਾ ਮਹਾਰਾਜ ਦੇ ਤਬੇਲੇ ਦੇ ਵਿੱਚ ਹੈ। 1.25 ਲੱਖ ਦਾ ਇੱਕ ਘੋੜਾ ਲਿਆਂਦਾ ਸੀ ਉਹਨੂੰ। ਇਹ 5 ਘੋੜੇ ਲਿਆਂਦੇ ਸੀ ਭਾਈ ਸੁਭਾਗੇ ਨੇ। ਉਹਦੇ ਉੱਤੇ 1 ਲੱਖ ਦੀ ਕਾਠੀ ਪਈ ਹੋਈ ਹੈ। ਜੇ ਕਿਤੇ ਮਹਾਰਾਜ ਉਹ ਘੋੜਾ ਮੈਨੂੰ ਦੇ ਦੇਣ, ਘੋੜੇ ਦੇ ਉੱਤੇ ਸਵਾਰੀ ਕਰਾਂਗਾ, ਸੁਰਗਾਂ ਦੇ ਝੂਟੇ ਆਉਣਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੈਠ ਗਏ, ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਨੇ, ਭਾਈ ਗੋਪਾਲਾ ਜੀ, ਅਸੀਂ ਤਾਂ ਸਭ ਕੁਝ ਤੁੱਛ ਸਮਝਿਆ ਸੀ, ਗੁਰਤਾ ਗੱਦੀ ਦੇਣ ਲੱਗੇ ਸੀ, ਪਰ ਤੁਸੀਂ ਗੁਰੂ ਕੇ ਸਿੱਖਾਂ ਤੋਂ ਫੁਰਨਾ ਕਰ ਲਿਆ ਵੀ ਮੈਨੂੰ ਮਹਾਰਾਜ ਉਹ ਤਬੇਲੇ ਵਿੱਚ ਬੱਝਾ ਘੋੜਾ ਦੇ ਦੇਣ। ਸੱਚੇ ਪਾਤਸ਼ਾਹ ਜੀ ਕਹਿੰਦੇ, ਤੈਨੂੰ ਉਹ ਘੋੜਾ ਦਿੰਦੇ ਹਾਂ। 1 ਲੱਖ ਦੀ ਕਾਠੀ ਸਮੇਤ ਸੱਚੇ ਪਾਤਸ਼ਾਹ ਨੇ ਉਹ ਘੋੜਾ ਭਾਈ ਗੋਪਾਲੇ ਨੂੰ ਬਖਸ਼ਿਆ, ਨਾਲ ਹੋਰ ਬਹੁਤ ਧਨ ਦੌਲਤ। ਮਹਾਰਾਜ ਨੇ ਅਸੀਸਾਂ ਦਿੱਤੀਆਂ, ਗੁਰੂ ਕੇ ਸਿੱਖਾਂ ਤੂੰ ਧਨ ਹੈ। ਪਾਤਸ਼ਾਹ ਜੀ ਕਹਿੰਦੇ, ਇਸ ਬਾਣੀ ਦੇ ਸਾਹਮਣੇ ਦੁਨੀਆ ਦੀ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈ। ਅੱਜ ਤਾਂ ਸਿੱਖ ਮੁੱਲ ਪਾਉਂਦੇ ਹੈ ਨਾ, ਇਹ ਭੁਲੇਖਾ ਮਨ ਵਿੱਚੋਂ ਕੱਢ ਦਿਓ ਵੀ ਅਸੀਂ ਪੈਸੇ ਦਿੱਤੇ ਅਤੇ ਉਹਨੇ ਪਾਠ ਕੀਤਾ। ਕੋਈ ਮੁੱਲ ਨਹੀਂ ਬਾਣੀ ਦਾ। ਇਹ ਤਾਂ ਉਹਦਾ ਉੱਦਾਂ ਆਰਥਿਕ ਤੌਰ 'ਤੇ ਅਸੀਂ ਸਤਿਕਾਰ ਕਰ ਦਿੰਦੇ ਹਾਂ। ਸੱਚੇ ਪਾਤਸ਼ਾਹ
ਮਹਾਰਾਜ ਜੀ ਦੀ ਬਹੁਤ ਪ੍ਰਸੰਨਤਾ ਹੋਈ ਭਾਈ ਗੋਪਾਲੇ ਤੇ। ਇਸ ਲਈ ਸ਼ੁੱਧ ਬਾਣੀ ਦਾ ਜਾਪ ਕਿਸੇ ਗੁਰਮੁਖ ਵਿਦਵਾਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਕਰਤਾਰਪੁਰ ਸਾਹਿਬ ਦੀ ਮਰਿਆਦਾ ਸੀ ਇਹ, ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਸੀ। ਅੰਮ੍ਰਿਤ ਵੇਲੇ ਜਾਪ ਉਚਾਰਾ। ਭਾਈ ਦੁਖ ਭੰਜਨ ਜੀ ਹੋਏ ਆ ਬੜੇ ਗੁਰਮੁਖ ਸਾਧੂ। ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਦੇ ਕੋਲ ਗਏ ਨਾ, ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀਆਂ ਹੱਦਾਂ, ਜਿੰਨਾ ਅਸਲਾ ਸੀ, ਤੋਪਾਂ ਸੀ, ਫੌਜ ਸੀ, ਸਾਰੀ ਗਿਣ ਗਿਣ ਕੇ ਦੱਸੀ। ਤੇ ਭਾਈ ਦੁਖ ਭੰਜਨ ਜੀ ਕਹਿੰਦੇ, ਰਣਜੀਤ ਸਿੰਘ ਜਪਜੀ ਸਾਹਿਬ ਚੇਤੇ ਹੈ? ਤਾਂ ਉਹਨਾਂ ਦੀ ਨੀਵੀਂ ਪੈ ਗਈ ਸੀ। ਚੇਤੇ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਪਜੀ ਸਾਹਿਬ ਦਾ ਪਾਠ। ਉਹ ਕਹਿਣ ਲੱਗੇ, ਅਰੇ ਕਾਹੇ ਕੇ ਸਿੱਖ ਹੋ ਕੇ ਜਪਜੀ ਕੰਠ ਨਾ ਕੀਆ। ਤੇ ਫਿਰ ਐਸੀ ਚੋਟ ਵੱਜੀ ਦਿਲ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਜਪਜੀ ਸਾਹਿਬ, ਜਾਪ ਸਾਹਿਬ, ਇੱਥੋਂ ਤੱਕ ਅਕਾਲ ਉਸਤਤ ਤੱਕ ਬੇਅੰਤ ਬਾਣੀਆਂ ਚੇਤੇ ਕੀਤੀਆਂ ਸੀ। ਪੈਸਾ ਗੰਠ ਤੇ ਬਾਣੀ ਕੰਠ। ਬਾਣੀ ਕੰਠ ਦਾ ਲਾਭ ਬਹੁਤ ਹੈ। ਕਿਤੇ ਸਫ਼ਰ ਵਿੱਚ ਜਾਈਏ, ਨਿਤਨੇਮ ਨਹੀਂ ਖੁੰਝਦਾ। ਸਫ਼ਰ ਵਿੱਚ ਜਾਓ, ਬੱਸ 'ਚ ਬੈਠੇ ਹਾਂ, ਸਫ਼ਰ ਕਰ ਰਹੇ ਹਾਂ, ਆਪਣਾ ਨਿਤਨੇਮ ਕਰ ਲਈਦਾ। ਸੋ ਇਸ ਲਈ, ਪਰ ਹੁਣ ਅੱਜ ਦਾ ਜ਼ਮਾਨਾ ਤੇ ਅਸੀਂ ਵੇਖਦੇ ਹਾਂ, ਮੋਬਾਈਲ ਦੇ ਵਿੱਚ ਵੀ ਐਪ ਹਨ। ਸਫ਼ਰ ਵਿੱਚ ਜਾਂਦੇ ਹਾਂ ਜੇ ਕਿਤੇ, ਚਲੋ ਪੜ੍ਹਦੇ ਹਾਂ, ਫਿਰ ਵੀ ਜੋੜਾ ਲਾ ਕੇ, ਸਿਰ ਢੱਕ ਕੇ ਮੋਬਾਈਲ ਤੋਂ। ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਬਾਣੀ ਪੜ੍ਹਨੀ ਚਾਹੀਦੀ, ਸਤਿਕਾਰ ਕਰਨਾ ਚਾਹੀਦਾ ਹੈ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸੋਦਰ ਆਰਤੀ ਇਹ ਸੰਧਿਆ ਵੇਲੇ ਗਾਏ ਜਾਂਦੇ ਸੀ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਜਾਪ ਕੀਤਾ ਜਾਂਦਾ ਸੀ। ਗੁਰਮੁਖ ਭਾਰ ਅਥਰਬਣ ਤਾਰਾ। ਸੋ ਗੁਰਮੁਖਾਂ ਨੇ ਅਥਰਬਣ ਵੇਦ ਦਾ ਜਿਹੜਾ ਭਾਰ ਆਪਣੇ ਸਿਰ ਦੇ ਉੱਤੋਂ ਲਾਹ ਦਿੱਤਾ, ਉਹ ਅਥਰਬਣ ਵੇਦ ਵਾਲੇ ਕਰਮ ਸਾਰੇ ਛੱਡ ਦਿੱਤੇ। ਬਾਣੀ ਪੜ੍ਹਦੇ ਨੇ ਪ੍ਰੇਮ ਦੇ ਨਾਲ। ਗੁਰੂ ਕੇ ਸਿੱਖ ਸਤਿਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਨੇ। ਮਹਾਰਾਜ ਕਿਰਪਾ ਕਰਨ। ਪਾਵਨ ਪੌੜੀ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰਮੁਖ ਭਾਰ ਅਥਰਬਣ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी कोई न जाने तमरा अंत, उचेत उच्चा भगवंत। सगल समग्री तमरा सूत्रधारी, तुम ते हो आज्ञाकारी।